सत श्री अकाल प्यारे विद्यार्थियों, मेरा नाम राजदीप कौर ਅਤੇ मैं एज आ वोकेशनल ट्रेनर खेतीबाड़ी वजों सेवा निभा रही हाँ। साडा अज दा विषय है स्टोरेज ਅਤੇ वाढी ਦੇ बाद ਦਾ प्रबंधन। वाढी ਦੇ ਵੱਖ-ਵੱਖ ਪੜਾਵਾਂ ਦੀ ਪਹਿਚਾਣ। वाढी ਹੁੰਦਾ ਕੀ ਹੈ? वाढी खेत ਵਿੱਚੋਂ ਪੱਕੀ ਫਸਲ ਇਕੱਠੀ ਕਰਨ ਦੀ ਪ੍ਰਕਿਰਿਆ ਹੈ। वाढी ਦਾਣਿਆਂ ਲਈ अनाज ਦੀ ਕਟਾਈ ਹੈ। आम तौर ਤੇ ਇਹ ਇੱਕ ਕੰਬਾਈਨ, ਦਾਤਰੀ ਜਾਂ ਰੀਪਰ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ। ਵਾਢੀ ਦੇ ਸੂਚਕ ਯਾਨੀ ਕਿ ਮੈਚੁਰਿਟੀ ਇੰਡਿਸਿਸ ਕੀ ਹਨ? ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਨੂੰ ਨਹੀਂ ਸੁਧਾਰਿਆ ਜਾ ਸਕਦਾ, ਪਰ ਇਹ ਉਦੋਂ ਤੱਕ ਪੇਸ਼ ਕੀਤਾ ਜਾ ਸਕਦਾ ਹੈ ਜਦੋਂ ਵਾਢੀ ਪੱਕਣ ਦੇ ਸਹੀ ਪੜਾਅ ਤੇ ਕੀਤੀ ਜਾਂਦੀ ਹੈ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ परिपक्वता ਦੀ परिभाषा यानी कि मैच्योरिटी ਦੀ ਕੀ परिभाषा ਹੈ। पोस्ट हार्वेस्ट फिजियोलॉजी ਵਿੱਚ परिपक्वता ਨੂੰ ਉਹ ਅਵਸਥਾ ਮੰਨਿਆ ਜਾਂਦਾ ਹੈ ਜਿਸ ਤੇ ਇੱਕ ਵਸਤੂ ਵਿਕਾਸ ਦੇ ਇੱਕ ਉੱਚੇ ਪੜਾਅ ਤੇ ਪਹੁੰਚ ਗਈ ਹੈ ਕਿ ਵਾਢੀ ਅਤੇ ਪੋਸਟ ਹਾਰਵੈਸਟ ਸੰਭਾਲਣ ਤੋਂ ਬਾਅਦ ਇਸ ਦੀ ਕੁਆਲਿਟੀ ਘੱਟੋ ਘੱਟ ਉੱਤਮ ਉਪਭੋਗਤਾ ਲਈ ਘੱਟੋ ਘੱਟ ਸਵੀਕਾਰਯੋਗ ਹੋਵੇਗੀ। ਹੁਣ ਗੱਲ ਕਰਨ ਜਾ ਰਹੇ ਹਾਂ परिपक्वता सूचकांक ਦੀ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਇੱਕ ਜਿਹੜਾ ਫਰੂਟ ਹੈ ਉਹ ਪਹਿਲਾਂ ਗ੍ਰੀਨ ਸਟੇਜ ਤੇ ਹੈ, ਉਸ ਤੋਂ ਬਾਅਦ ਉਹ ਬ੍ਰੇਕ ਸਟੇਜ ਤੇ ਆਇਆ ਯਾਨੀ ਕਿ ਉਸ ਦਾ ਥੋੜਾ ਜਿਹਾ ਰੰਗ ਚੇਂਜ ਹੋਣਾ ਸਟਾਰਟ ਹੋਇਆ। ਟਰਨਿੰਗ ਸਟੇਜ ਤੇ ਉਸ ਤੋਂ ਜ਼ਿਆਦਾ ਫਰਕ ਪੈ ਗਿਆ, ਫਿਰ ਪਿੰਕ ਸਟੇਜ ਆ ਗਈ, ਦੈਨ ਲਾਈਟ ਰੈੱਡ ਸਟੇਜ ਐਂਡ ਲਾਸਟ ਰੈੱਡ ਸਟੇਜ ਕਿ ਉਹ ਆਪਣੀ ਪੂਰੀ ਅਵਸਥਾ ਵਿੱਚ ਚਲਾ ਗਿਆ ਜਦੋਂ ਕਿ ਅਸੀਂ ਉਸ ਨੂੰ ਕੰਜ਼ਿਊਮ ਕਰ ਸਕਦੇ ਹਾਂ। ਹੁਣ ਗੱਲ ਕਰਨ ਜਾ ਰਹੇ ਹਾਂ ਅਸੀਂ ਕਲਾਈਮੈਟੈਰਿਕ ਅਤੇ ਨੌਨ ਕਲਾਈਮੈਟੈਰਿਕ ਸਬਜ਼ੀਆਂ ਵਿੱਚ ਅੰਤਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਲਾਈਮੈਟੈਰਿਕ ਹੁੰਦਾ ਕੀ ਹੈ। ਇਹ ਉਹ ਸਬਜ਼ੀਆਂ ਹੁੰਦੀਆਂ ਹਨ ਜਾਂ ਅਸੀਂ ਕਹਿ ਸਕਦੇ ਕਿ ਇਸ ਵਿੱਚ ਉਹ ਸਬਜ਼ੀਆਂ ਆਉਂਦੀਆਂ ਜਿਨ੍ਹਾਂ ਨੂੰ ਤੋੜਨ ਤੋਂ ਬਾਅਦ ਵੀ ਪੱਕ ਸਕਦੀਆਂ ਹਨ। ਇਹਨਾਂ ਵਿੱਚ ਕਾਫੀ ਮਾਤਰਾ ਵਿੱਚ ਇਥਾਈਲਿਨ ਹੁੰਦੀ ਹੈ ਜੋ ਫਲ ਦੇ ਪੱਕਣ ਵਿੱਚ ਸਹਾਇਤਾ ਕਰਦੀ ਹੈ। ਉਦਾਹਰਨ ਵਜੋਂ ਜਦੋਂ ਅਸੀਂ ਟਮਾਟਰ ਨੂੰ ਪੂਰੇ ਆਕਾਰ ਵਿੱਚ ਹਰੇ ਰੰਗ ਵਿੱਚ ਤੋੜ ਲੈਂਦੇ ਹਾਂ ਤੇ ਤੋੜਨ ਤੋਂ 8 ਤੋਂ 10 ਦਿਨ ਬਾਅਦ ਪੱਕਦਾ ਰਹਿੰਦਾ ਹੈ ਅਤੇ ਪੱਕ ਕੇ ਲਾਲ ਹੋ ਜਾਂਦਾ ਹੈ। ਹੁਣ ਗੱਲ ਕਰਨ ਜਾ ਰਹੇ ਹਾਂ ਅਸੀਂ ਨੌਨ ਕਲਾਈਮੈਟੈਰਿਕ ਯਾਨੀ ਕਿ ਜਿਹੜੇ ਕਿ ਤੋੜਨ ਤੋਂ ਬਾਅਦ ਨਹੀਂ ਪੱਕਦੇ। ਇਹ ਉਹ ਫਲ ਹਨ ਜਾਂ ਸਬਜ਼ੀਆਂ ਹੁੰਦੀਆਂ ਹਨ ਜੋ ਤੋੜਨ ਤੋਂ ਬਾਅਦ ਆਪਣੇ ਆਪ ਨਹੀਂ ਪੱਕਦੇ ਯਾਨੀ ਕਿ ਜਦੋਂ ਤੱਕ ਉਹ ਪੇੜ ਦੇ ਨਾਲ ਅਟੈਚ ਰਹਿਣਗੇ ਉਦੋਂ ਤੱਕ ਹੀ ਪੱਕਣਗੇ। ਅਸੀਂ ਇਹਨਾਂ ਦੀ ਤੋੜਾਈ ਜਿਸ ਸਟੇਜ ਤੇ ਕਰਦੇ ਹਾਂ ਇਹ ਉਹ ਦੀਆਂ ਉਵੇਂ ਦੇ ਉਵੇਂ ਹੀ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਵਿੱਚ ਜਿਹੜੀ ਇਥਾਈਲਿਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੇਕਰ ਇਹਨਾਂ ਨੂੰ ਅਸੀਂ ਉੱਪਰ ਇਥਾਈਲਿਨ ਦਾ ਛਿੜਕਾਅ ਕਰੀਏ ਤਾਂ ਵੀ ਜ਼ਿਆਦਾ ਅਸਰ ਨਹੀਂ ਹੁੰਦਾ। ਇਸ ਲਈ ਇਹਨਾਂ ਨੂੰ ਪੂਰਾ ਪੱਕਣ ਤੋਂ ਬਾਅਦ ਹੀ ਇਹਨਾਂ ਦੀ ਤੋੜਾਈ ਕਰਨੀ ਚਾਹੀਦੀ ਹੈ, ਜਿਵੇਂ ਕਿ ਆਲੂ, ਅੰਗੂਰ, ਮੌਸਮੀ ਆਦਿ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕਟਾਈ ਦੇ ਢੰਗ। ਕਟਾਈ ਦੇ ਅਲੱਗ 3 ਵੱਖ-ਵੱਖ ਢੰਗ ਹਨ। ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੱਥ ਨਾਲ ਕਟਾਈ ਕਰਨਾ, ਸੈਕਿੰਡ ਹੱਥ ਵਾਲੇ ਸੰਦਾਂ ਨਾਲ ਕਟਾਈ ਕਰਨਾ, ਥਰਡ ਵਨ ਮਸ਼ੀਨਰੀ ਦੇ ਨਾਲ ਵਾਢੀ ਕਰਨਾ। ਹੁਣ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਹੱਥ ਨਾਲ ਕਟਾਈ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਦਮੀ ਜੋ ਕਿ ਹੱਥ ਦੇ ਨਾਲ ਫਸਲ ਦੀ ਕਟਾਈ ਕਰ ਰਿਹਾ। ਹੱਥ ਨਾਲ ਕਟਾਈ ਸਿਰਫ ਇਹੋ ਹੈ ਕਿ ਕਿਸੇ ਵੀ ਸਾਧਨ ਦੀ ਵਰਤੋਂ ਕੀਤੇ ਬਿਨਾਂ ਹੱਥਾਂ ਦੁਆਰਾ ਹੀ ਉਪਜ ਦੀ ਕਟਾਈ ਕੀਤੀ ਜਾਂਦੀ ਹੈ। ਹੱਥ ਨਾਲ ਕਟਾਈ ਕਰਦੇ ਸਮੇਂ ਆਮ ਤੌਰ ਤੇ ਚੁਗਣ ਵਾਲੇ ਨੂੰ ਇੱਕ ਕਾਰਟ ਜਾਂ ਕੰਟੇਨਰ ਰੱਖਣਾ ਪੈਂਦਾ ਹੈ ਜਿਸ ਵਿੱਚ ਉਹ ਤੋੜ ਕੇ ਆਪਣੀ ਫਸਲ ਨੂੰ ਰੱਖ ਦਿੰਦਾ ਹੈ। ਇਸ ਦੀ ਸਿੰਪਲ ਜਿਹੀ ਉਦਾਹਰਨ ਹੈ ਸਟ੍ਰਾਬੇਰੀ ਜਿਹੜੀ ਕਿ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ। ਹੱਥ ਵਾਲੇ ਸੰਦਾਂ ਦੇ ਨਾਲ ਕਟਾਈ ਕਰਨਾ ਇਹ ਵਾਢੀ ਕਰਨ ਦਾ ਉਹ ਤਰੀਕਾ ਹੈ ਜੋ ਆਮ ਤੌਰ ਤੇ ਰੁੱਖਾਂ ਦੇ ਫਲਾਂ ਦੀ ਕਟਾਈ ਕਰਦੇ ਸਮੇਂ ਵਰਤਿਆ ਜਾਂਦਾ ਹੈ, ਜਿੱਥੇ ਕੁਝ ਕਿਸਮ ਦੇ ਕਲਿੱਪਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਫਲ ਨੂੰ ਰੁੱਖ ਨਾਲੋਂ ਵੱਖ ਕਰਦੇ ਹਨ। ਜਿਵੇਂ ਕਿ ਤੁਸੀਂ ਇਸ ਨੂੰ ਤਸਵੀਰ ਵਿੱਚ ਵੇਖ ਸਕਦੇ ਹੋ ਕਿ ਆਦਮੀ ਫਲ ਦੀ ਕਟਾਈ ਕਰ ਰਿਹਾ ਇੱਕ ਕਲਿੱਪਰ ਦੀ ਵਰਤੋਂ ਕਰਕੇ। ਮਸ਼ੀਨਰੀ ਨਾਲ ਵਾਢੀ ਕਰਨਾ। ਇੱਥੇ ਵਾਢੀ ਕਰਨ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜਿਨ੍ਹਾਂ ਵਿੱਚੋਂ ਹੱਥ ਨਾਲ ਵਾਢੀ ਕਰਨਾ, ਹੱਥ ਨਾਲ ਕਿਸੇ ਕਲਿੱਪਰ ਦੀ ਸੰਦ ਦੀ ਮਦਦ ਦੇ ਨਾਲ ਵਾਢੀ ਕਰਨਾ ਜਾਂ ਮਸ਼ੀਨ ਨਾਲ ਵਾਢੀ ਕਰਨਾ। ਤੇ ਤੁਸੀਂ ਦੇਖ ਸਕਦੇ ਹੋ
फसल ਦੀ ਵਾਢੀ ਹੋ ਰਹੀ ਹੈ ਮਸ਼ੀਨ ਦੇ ਨਾਲ। ਹੁਣ ਗੱਲ ਕਰਨ ਜਾ ਰਹੇ ਹਾਂ ਅਸੀਂ ਵਾਢੀ ਕਰਨ ਵਾਲੇ ਸੰਦਾਂ ਦੀ। ਸਭ ਤੋਂ ਪਹਿਲਾਂ ਪਿਰਾਮਿਡ ਡਬਲ ਏਜੰਟ ਦਾਤਰੀ। ਦਾਤਰੀ ਦੇ ਨਾਲ ਅਸੀਂ ਬੇਲੋੜੀ ਬੂਟੀ ਦੀ ਕਟਾਈ ਕਰ ਸਕਦੇ ਹਾਂ, ਜਿਵੇਂ ਕਿ ਹਰ ਇੱਕ ਬਾਗ ਵਿੱਚ ਫਾਲਤੂ ਬੂਟੀ ਆਪਣੇ ਆਪ ਉੱਗ ਜਾਂਦੀ ਹੈ, ਜਿਸ ਨੂੰ ਅਸੀਂ ਨਦੀਨ ਵੀ ਕਹਿੰਦੇ ਹਾਂ ਜਾਂ ਬੇਲੋੜੇ ਪੌਦੇ ਆਖਿਆ ਜਾਂਦਾ ਹੈ। ਸੈਕਿੰਡ ਵਨ, ਇਹ ਪੱਤਿਆਂ ਅਤੇ ਪੌਦਿਆਂ ਦੀਆਂ ਸ਼ਾਖਾਵਾਂ ਅਤੇ ਲੈਮਨ ਗ੍ਰਾਸ ਜੜੀ ਬੂਟੀਆਂ ਆਦਿ ਨੂੰ ਕੱਟਣ ਲਈ ਕੰਮ ਆਉਂਦਾ ਹੈ। ਹੁਣ ਅਸੀਂ ਸੈਕਿੰਡ ਦੀ ਗੱਲ ਕਰਦੇ ਹਾਂ, ਕਨਕੋਰਡੇ ਫਲੋਰ ਸਕੇਚਰ। ਸਕੇਚਰ ਜਿਹੜੇ ਹੁੰਦੇ ਹਨ ਉਹ ਤਿੱਖੇ ਮਜ਼ਬੂਤ ਹੁੰਦੇ ਹਨ, ਕੈਂਚੀ ਵਰਗੇ ਹੁੰਦੇ, ਜੋ ਕਿ ਸਖਤ ਟਾਹਣੀਆਂ ਜਾਂ ਜਵਾਨ ਰੁੱਖਾਂ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਨੂੰ ਕੱਟਣ ਲਈ ਕੰਮ ਆਉਂਦੇ ਹਨ। ਹੁਣ ਗੱਲ ਕਰਨ ਜਾ ਰਹੇ ਹਾਂ ਅਸੀਂ ਪਿਰਾਮਿਡ ਕਰਵ ਚਾਕੂ। ਸ਼ੁੱਧਤਾ ਲਈ ਤਿਆਰ ਕੀਤਾ ਗਿਆ ਹੁੰਦਾ ਹੈ। ਪਿਰਾਮਿਡ ਕਰਵ ਚਾਕੂ ਉੱਚ ਕਾਰਬਨ ਸਟੀਲ ਬਲੇਡ ਅਤੇ ਲੱਕੜ ਦੇ ਹੈਂਡਲ ਨਾਲ ਆਉਂਦਾ ਹੈ। ਬਹੁਤ ਹੀ ਲਾਭਕਾਰੀ ਅਤੇ ਅਨੁਕੂਲ ਚਾਕੂ ਹੁੰਦਾ ਹੈ, ਜੋ ਕਿ ਫਲਾਂ ਅਤੇ ਸਬਜ਼ੀਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਸ਼ਾਖਾ ਦੇ ਨਾਲੋਂ ਕੱਟ ਦਿੰਦਾ ਹੈ, ਜਿਵੇਂ ਕਿ ਤੁਸੀਂ ਇਸ ਨੂੰ ਤਸਵੀਰ ਵਿੱਚ ਦੇਖ ਸਕਦੇ ਹੋ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਗ੍ਰੀਨ ਸੀਜ਼ਰ ਸਿੱਧੇ ਬਲੇਡ ਦੀ ਹੈਂਡਲ ਵਾਲੀ। ਇਹਨਾਂ ਦੀ ਵਰਤੋਂ ਪਤਲੇ ਟਾਹਣੀਆਂ ਜਾਂ ਪਤਲੇ ਜਿਹੜੇ ਕਿ ਪੌਦੇ ਹੁੰਦੇ ਹਨ ਉਹਨਾਂ ਦੇ ਬਰੀਕ ਤਣਿਆਂ ਨੂੰ ਕੱਟਣ ਲਈ ਕਾਫੀ ਲਾਭਦਾਇਕ ਹੈ। ਇਸ ਦੀ ਜਿਹੜੀ ਪਕੜ ਹੈ ਬਹੁਤ ਆਸਾਨੀ ਨਾਲ ਹੋ ਜਾਂਦੀ, ਕਿਉਂਕਿ ਜਿਹੜਾ ਇਸ ਦਾ ਹੈਂਡਲ ਹੈ ਡੀ ਸ਼ੇਪ ਦਾ ਬਣਿਆ ਹੈ, ਜਿਸ ਦੀ ਮਦਦ ਦੇ ਨਾਲ ਅਸੀਂ ਇਸ ਨੂੰ ਪੱਕੀ ਪਕੜ ਦੇ ਨਾਲ ਫੜ ਸਕਦੇ ਹਾਂ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਵੱਖ-ਵੱਖ ਸਬਜ਼ੀਆਂ ਦੀ ਵਾਢੀ ਦਾ ਸਮਾਂ। ਸਭ ਤੋਂ ਪਹਿਲਾਂ ਟਮਾਟਰ ਦੀ ਵਾਢੀ ਦਾ ਸਮਾਂ ਅਕਤੂਬਰ ਤੋਂ ਦਸੰਬਰ, ਅਪ੍ਰੈਲ ਤੇ ਜੂਨ। ਸੈਕਿੰਡ, ਮਿਰਚ ਅਪ੍ਰੈਲ, ਜੂਨ, ਸਤੰਬਰ ਤੋਂ ਅਕਤੂਬਰ। ਬੈਂਗਣ ਦਾ ਅਪ੍ਰੈਲ, ਜੂਨ, ਸਤੰਬਰ ਤੋਂ ਅਕਤੂਬਰ, ਮਾਰਚ ਤੇ ਮਈ। 3 ਸੀਜ਼ਨ ਵਿੱਚ ਇਸ ਦੀ ਆਪਾਂ ਵਾਢੀ ਕਰ ਸਕਦੇ ਹਾਂ। ਉਸ ਤੋਂ ਬਾਅਦ ਭਿੰਡੀ ਮਾਰਚ, ਮਈ, ਅਗਸਤ ਤੇ ਨਵੰਬਰ। ਆਲੂ ਜਨਵਰੀ, ਮਾਰਚ ਤੇ ਮਾਰਚ, ਮਈ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਸਬਜ਼ੀਆਂ ਦੀ ਪੈਕਿੰਗ ਦੇ ਢੰਗ। ਟਮਾਟਰ ਅਤੇ ਬੈਂਗਣ ਆਦਿ ਲਈ ਫਾਈਬਰ, ਕਾਰਬਨ ਜਾਂ ਪਲਾਸਟਿਕ ਦੇ ਬਣੇ ਕਰੇਟ ਵਰਤੇ ਜਾਂਦੇ ਹਨ। ਸਬਜ਼ੀਆਂ ਨੂੰ ਜੋ ਕਿ ਇੱਕ ਥਾਂ ਤੋਂ ਦੂਸਰੇ ਥਾਂ ਤੇ ਲੈ ਕੇ ਜਾਣ ਲਈ ਮਦਦਗਾਰ ਹੁੰਦੇ ਹਨ। ਤੁਸੀਂ ਤਸਵੀਰ ਵਿੱਚ ਵੇਖ ਸਕਦੇ ਹੋ ਕਿ ਇੱਕ ਸ਼ੋਰੂਮ ਵਿੱਚ ਜਿਹੜੀਆਂ ਹੈਗੀਆਂ ਸਬਜ਼ੀਆਂ ਲੱਗੀਆਂ ਹੋਈਆਂ ਪਲਾਸਟਿਕ ਦੇ ਕੰਟੇਨਰਾਂ ਵਿੱਚ ਰੱਖੀਆਂ ਗਈਆਂ ਹਨ। ਨੇੜੇ ਦੀ ਮਾਰਕੀਟ ਲਈ 10 ਤੋਂ 15 ਕਿਲੋ ਦੀ ਸਬਜ਼ੀ ਦੀ ਪੈਕਿੰਗ ਪੋਲੀਥੀਨ ਦੇ ਲਿਫਾਫਿਆਂ ਵਿੱਚ ਕੀਤੀ ਜਾਂਦੀ ਹੈ। ਪਰ ਜੇਕਰ ਕੋਈ ਫਸਲ ਜਾਂ ਸਬਜ਼ੀ ਜ਼ਿਆਦਾ ਕੀਮਤੀ ਹੋਵੇ ਤੇ ਉਸ ਨੂੰ ਪਲਾਸਟਿਕ ਦੇ ਪਾਰਦਰਸ਼ੀ ਬੈਗਾਂ ਵਿੱਚ ਜਾਂ ਜਿਹੜੇ ਕਿ ਪੀਸ ਬੈਗ ਹੁੰਦੇ ਆ ਉਹਨਾਂ ਵਿੱਚ ਪੈਕ ਕੀਤਾ ਜਾਂਦਾ ਹੈ, ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ। ਖਰਾਬ ਹੋਣ ਵਾਲੀ ਸਬਜ਼ੀ ਨੂੰ ਦੂਰ ਦੀ ਮੰਡੀ ਵਿੱਚ ਲਿਜਾਣ ਲਈ ਘੱਟ ਤਾਪਮਾਨ ਵਿੱਚ ਰੱਖਿਆ ਜਾਂਦਾ ਹੈ, ਤਾਂ ਕਿ ਘੱਟ ਤਾਪਮਾਨ ਵਿੱਚ ਸਬਜ਼ੀ ਦਾ ਘੱਟ ਤੋਂ ਘੱਟ ਨੁਕਸਾਨ ਹੋ ਸਕੇ। ਹੁਣ ਅਸੀਂ ਗੱਲ ਕਰ ਰਹੇ ਹਾਂ ਸਟੋਰੇਜ ਲਈ ਉੱਤਮ ਹਾਲਾਤ। ਜਦੋਂ ਕਿ ਅਸੀਂ ਕਿਸੇ ਸਬਜ਼ੀ ਨੂੰ ਸਟੋਰ ਕਰਦੇ ਹਾਂ ਤੇ ਉਹਨਾਂ ਲਈ ਕਿਹੜੇ-ਕਿਹੜੇ ਹਾਲਾਤ ਸਭ ਤੋਂ ਉੱਤਮ ਹੁੰਦੇ ਹਨ, ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋ ਸਕੇ ਤੇ ਮੁਨਾਫਾ ਕਿਸਾਨ ਨੂੰ ਵੱਧ ਤੋਂ ਵੱਧ ਹੋ ਸਕੇ। ਜਦੋਂ ਮੰਡੀ ਵਿੱਚ ਸਪਲਾਈ ਕਰਨ ਤੋਂ ਬਾਅਦ ਸਬਜ਼ੀਆਂ ਬਚ ਜਾਣ ਜਾਂ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਕੀਮਤ ਮਿਲਣ ਦੀ ਸੰਭਾਵਨਾ ਹੋਵੇ ਤੇ ਅਸੀਂ ਇਹਨਾਂ ਸਬਜ਼ੀਆਂ ਨੂੰ ਸਟੋਰ ਕਰਕੇ ਰੱਖਦੇ ਹਾਂ। ਸਟੋਰ ਕਰਨ ਸਮੇਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਸਬਜ਼ੀਆਂ ਦੀ ਗੁਣਵੱਤਾ ਅਤੇ ਉਹਨਾਂ ਦੇ ਸਵਾਦ ਤੇ ਕੋਈ ਵੀ ਅਸਰ ਨਾ ਪਵੇ। ਸਬਜ਼ੀਆਂ ਅਲੱਗ-ਅਲੱਗ ਕਿਸਮ ਦੀਆਂ ਹੁੰਦੀਆਂ ਹਨ। ਕੁਝ ਸਬਜ਼ੀਆਂ ਜਿਵੇਂ ਕਿ ਅਸੀਂ ਟਮਾਟਰ ਨੂੰ ਲੰਬਾ ਸਮਾਂ ਸੰਭਾਲ ਕੇ ਨਹੀਂ ਰੱਖ ਸਕਦੇ, ਇਸ ਲਈ ਇਸ ਨੂੰ ਆਧੁਨਿਕ ਰੈਫਰੀਜਰੇਟਰਾਂ ਦੀ ਸਹਾਇਤਾ ਦੇ ਨਾਲ ਵੱਧ ਤੋਂ ਵੱਧ 3 ਤੋਂ 4 ਹਫ਼ਤਿਆਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਬੈਂਗਣ ਅਤੇ ਮਿਰਚ ਨੂੰ ਅਸੀਂ 6 ਤੋਂ 8 ਹਫ਼ਤਿਆਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ, ਜਦਕਿ ਆਲੂ ਅਤੇ ਪਿਆਜ਼ ਨੂੰ ਅਸੀਂ 5 ਤੋਂ 6 ਮਹੀਨੇ ਤੱਕ ਸੰਭਾਲ ਕੇ ਰੱਖ ਸਕਦੇ ਹਾਂ। ਜੇਕਰ ਟਮਾਟਰ ਮਿਰਚਾਂ ਨੂੰ ਸਾਂਭ ਕੇ ਰੱਖਣਾ ਹੋਵੇ ਤਾਂ ਅਸੀਂ ਆਧੁਨਿਕ ਰੈਫਰੀਜਰੇਟਰਾਂ ਵਿੱਚ ਘੱਟ ਤੋਂ ਘੱਟ ਤਾਪਮਾਨ ਰੱਖ ਕੇ ਵੀ ਸਾਂਭ ਸਕਦੇ ਹਾਂ। ਹੁਣ ਗੱਲ ਕਰਨ ਜਾ ਰਹੇ ਹਾਂ ਮੰਡੀ ਵਿੱਚ ਸਬਜ਼ੀਆਂ ਦੀ ਕੀਮਤ ਲੈਣਾ। ਸਬਜ਼ੀਆਂ ਨੂੰ ਤੁੜਾਈ ਕਰਨ ਜਾਂ ਸਟੋਰ ਕਰਨ ਤੋਂ ਬਾਅਦ ਅਸੀਂ ਮੰਡੀ ਵਿੱਚ ਪਹੁੰਚਾਉਂਦੇ ਹਾਂ। ਮੰਡੀ ਉਹ ਜਗ੍ਹਾ ਹੈ ਜਿੱਥੇ ਕਿਸਾਨ ਦਾ
ਵਿਕਰੇਤਾਵਾਂ ਦੇ ਨਾਲ ਸੰਪਰਕ ਹੁੰਦਾ ਹੈ, ਜਾਂ ਅਸੀਂ ਇਹ ਕਹਿ ਸਕਦੇ ਕਿ ਮੰਡੀ ਉਹ ਜਗ੍ਹਾ ਜਿੱਥੇ ਅਸੀਂ ਆਪਣੀ ਸਬਜ਼ੀ ਨੂੰ ਵੇਚਦੇ ਹਾਂ ਤੇ ਕਿਸਾਨ ਉਹਨਾਂ ਨੂੰ ਆਪਣੀ ਫਸਲ ਵੇਚਦੇ ਹੈ। ਮੰਡੀ ਵਿੱਚ ਫਸਲ ਦੀ ਸਹੀ ਕੀਮਤ ਲੈਣ ਲਈ ਇਸ ਲਈ ਚੰਗੀ ਤਰ੍ਹਾਂ ਸਾਂਭ ਸੰਭਾਲ ਅਤੇ ਸਹੀ ਸਮੇਂ ਤੇ ਵੇਚਣਾ ਬਹੁਤ ਜ਼ਰੂਰੀ ਹੈ। ਉਦਾਹਰਣ ਵਜੋਂ ਜਦੋਂ ਅਸੀਂ ਆਲੂ ਦੀ ਮਾਰਚ ਮਹੀਨੇ ਵਿੱਚ ਪੁਟਾਈ ਹੁੰਦੀ ਹੈ ਤਾਂ ਪੈਦਾਵਾਰ ਵੱਧ ਹੋਣ ਕਾਰਨ ਇਸ ਦੀ ਕੀਮਤ ਮੰਡੀ ਵਿੱਚ ਘੱਟ ਮਿਲਦੀ ਹੈ, ਪਰ ਜੇਕਰ ਇਸ ਨੂੰ ਕੁਝ ਮਹੀਨਿਆਂ ਲਈ ਸਟੋਰ ਕਰ ਲਿਆ ਜਾਵੇ ਤਾਂ ਉਸ ਤੋਂ ਬਾਅਦ ਵੇਚਿਆ ਜਾਵੇ ਤੇ ਸਾਨੂੰ ਇਸ ਦੀ ਚੰਗੀ ਕੀਮਤ ਮਿਲ ਸਕਦੀ ਹੈ। ਮੰਡੀ ਵਿੱਚ ਫਸਲ ਵੇਚਣ ਤੋਂ ਗਾਹਕ ਤੱਕ ਪਹੁੰਚਣ ਵਿੱਚ ਹੇਠ ਲਿਖਿਆ ਖਰੀਦਦਾਰ ਸ਼ਾਮਲ ਹੁੰਦੇ ਹਨ। ਫਸਲ ਦੀ ਚੰਗੀ ਕੀਮਤ ਲੈਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ ਹੈ। ਮੰਡੀ ਦੇ ਵੱਖ-ਵੱਖ ਚੈਨਲ। ਥੋਕ ਵਿਕਰੇਤਾ ਉਹ ਹੁੰਦੇ ਹਨ ਜੋ ਮੰਡੀ ਵਿੱਚ ਬੋਲੀ ਲਾ ਕੇ ਕਿਸਾਨ ਤੋਂ ਫਸਲ ਖਰੀਦਦੇ ਹਨ। ਉਹ ਕਾਫੀ ਮਾਤਰਾ ਵਿੱਚ ਫਸਲ ਖਰੀਦ ਕੇ ਅੱਗੇ ਵੇਚਦੇ ਹਨ। ਫਿਰ ਅਸੀਂ ਗੱਲ ਕਰਦੇ ਹਾਂ ਰਿਟੇਲਰ ਦੀ। ਥੋਕ ਵਿਕਰੇਤਾ ਮੰਡੀ ਵਿੱਚੋਂ ਖਰੀਦੀ ਹੋਈ ਫਸਲ ਨੂੰ ਉਸੇ ਸਮੇਂ ਮੁਨਾਫਾ ਕਮਾ ਕੇ ਅੱਗੇ ਰਿਟੇਲਰ ਨੂੰ ਵੇਚ ਦਿੰਦੇ ਹਨ। ਰਿਟੇਲਰ ਮੰਡੀ ਵਿੱਚੋਂ ਫਸਲ ਖਰੀਦ ਕੇ ਦੁਕਾਨ ਉੱਪਰ ਲੈ ਜਾਂਦੇ ਹਨ ਅਤੇ ਗਾਹਕਾਂ ਨੂੰ ਵੇਚਦੇ ਹਨ। ਜੋ ਕਿਸਾਨ ਤੋਂ ਸਬਜ਼ੀ ਲੈ ਕੇ ਗਾਹਕਾਂ ਤੱਕ ਪਹੁੰਚਾਉਂਦੇ ਹਨ ਉਹਨਾਂ ਨੂੰ ਮਿਡਲਮੈਨ ਕਿਹਾ ਜਾਂਦਾ ਹੈ। ਮਿਡਲਮੈਨ ਸਬਜ਼ੀ ਵਿੱਚ ਕਾਫੀ ਮੁਨਾਫਾ ਕਮਾਉਂਦੇ ਹਨ। ਜੋ ਸਬਜ਼ੀ ਕਿਸਾਨ ਤੋਂ ਖਰੀਦੀ ਜਾਂਦੀ ਹੈ ਅਤੇ ਗਾਹਕ ਤੱਕ ਪਹੁੰਚਦੀ ਹੈ ਉਹ ਲਗਭਗ ਦੁੱਗਣੇ ਜਾਂ ਉਸ ਤੋਂ ਵੀ ਜ਼ਿਆਦਾ ਮੁੱਲ ਦੀ ਹੋ ਜਾਂਦੀ ਹੈ। ਇਸ ਲਈ ਜ਼ਿਆਦਾ ਲਾਭ ਲੈਣ ਲਈ ਕਿਸਾਨ ਨੂੰ ਖੁਦ ਗਾਹਕਾਂ ਦੇ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸਾਨ ਨੂੰ ਵੱਧ ਆਮਦਨ ਹੋ ਸਕੇ। ਇਹ ਸੀ ਅੱਜ ਦਾ ਸਾਡਾ ਟੌਪਿਕ। ਆਸ਼ਾ ਕਰਦੀ ਹਾਂ ਕਿ ਤੁਹਾਨੂੰ ਸਮਝ ਆਈ ਹੋਵੇਗੀ। ਧੰਨਵਾਦ।